लगातार ਜਿਹੜੀਆਂ ਹੁਣ ਲੋਕਡਾਊਨ ਦੀਆਂ ਹਦਾਇਤਾਂ ਜਿਹੜੀਆਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ। ਸਾਡੇ ਤਾਂ ਏਰੀਏ 'ਚ ਇੱਥੇ ਅਸੀਂ ਦੇਖ ਲਓ ਸਾਲ ਹੈ, ਪਿਛਲੇ ਸਾਲ ਵੀ ਹੋ ਗਿਆ, ਸਾਡੇ ਏਰੀਏ 'ਚ ਕੋਈ ਕੇਸ ਨਹੀਂ ਹੈਗਾ ਇੱਧਰ ਕਿ ਅਸੀਂ ਦੇਖਿਆ ਹੀ ਨਹੀਂ ਹੈ ਕਿ ਕਰੋਨਾ ਹੈ ਵੀ ਹੈ ਕਿ ਨਹੀਂ ਹੈ। ਬੜਾ ਲਾਸ ਹੋ ਰਿਹਾ ਹੈ ਸਾਨੂੰ। ਤਾਂ ਇਹ ਹੈ ਕਿ ਸਾਡੇ ਤਾਂ ਆਪਣੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਹੁਣ ਰੈਂਟ ਕਿੱਥੋਂ ਭਰਾਂਗੇ ਅਸੀਂ? ਜਾਇਜ਼ ਲੱਗਦਾ ਹੈ ਡਿਸੀਜਨ ਸਰਕਾਰ ਦਾ ਜਾਂ ਲੱਗਦਾ ਕਿ ਨਹੀਂ? ਕੋਈ ਜਾਇਜ਼ ਨਹੀਂ ਹੈ, ਇਹ ਨਾਜਾਇਜ਼ ਹੀ ਲੋਕਾਂ ਨੂੰ ਤੰਗ ਕਰ ਰਹੇ ਨੇ। ਲੋਕੀ ਕਰੋਨਾ ਨਾਲ ਘੱਟ ਮਰਨਗੇ ਤੇ ਮੈਨੂੰ ਲੱਗਦੀ ਭੁੱਖਮਰੀ ਨਾਲ ਜ਼ਿਆਦਾ ਮਰਨਗੇ, ਕਿਉਂਕਿ ਕੰਮ ਹੀ ਨਹੀਂ ਰਹੇਗਾ ਜਦੋਂ, ਤੇ ਲੋਕੀ ਖਾਣਗੇ ਕੀ? ਇਹ ਤਾਂ ਗਲਤ ਹੈ ਨਾ ਕਿ ਤੁਸੀਂ ਇੱਕ ਆਮ ਇਨਸਾਨ ਨੂੰ ਤੰਗ ਕਰ ਰਹੇ ਹੋ ਕਿ ਉਹ ਆਪਣਾ ਬਿਜ਼ਨਸ ਕਰ ਰਿਹਾ ਹੈ, ਠੀਕ ਹੈ? ਤੁਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ ਹੈਗੇ। ਜਿਹੜੇ ਬੜੇ ਬੜੇ ਨੇਤਾ ਹੈ ਉਹ ਐਡੀਆਂ ਵੱਡੀਆਂ ਰੈਲੀਆਂ ਕਰ ਰਹੇ ਨੇ, ਕਿੱਥੇ ਨਹੀਂ ਰੈਲੀ ਹੋ ਰਹੀ ਹੈਗੀ। ਦੇਖੋ ਤੁਸੀਂ ਆਪ ਦੇਖੋ, ਜਦੋਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਮੋਦੀ ਸਰਕਾਰ ਦੀ ਗੱਲ ਹੈ, ਜੇ ਉੱਥੇ ਰੈਲੀਆਂ ਕਰ ਰਹੇ ਕਿ ਉੱਥੇ ਕਰੋਨਾ ਨਹੀਂ ਹੈ, ਕਿਸੇ ਗੱਲ ਦੀ ਵੀ ਸਾਨੂੰ ਕੋਈ ਕਨਸੈਸ਼ਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮੇਰੀ ਤਾਂ ਇਹੀ ਹੈ, ਜਿਸ ਤਰ੍ਹਾਂ ਬਾਕੀਆਂ ਦੇ ਵਿਊਜ਼ ਮੈਨੂੰ ਨਹੀਂ ਪਤਾ, ਬਟ ਮੇਰੇ ਤਾਂ ਇਹੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਨਾਈਟ ਟਾਈਮ ਦਾ ਹੈ ਕਰਫਿਊ, ਅਸੀਂ ਐਗਰੀ ਹਾਂ, ਪਰ ਬਿਲਕੁਲ ਹੀ ਨਾ ਕਰਨਾ ਇਸ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ, ਕਿਉਂਕਿ ਮਸਾ ਦਾ ਅਸੀਂ ਸਟੈਂਡ ਹੋਏ ਹਾਂ। ਹਾਲੇ ਪਹਿਲੇ ਗਲਤੀਆਂ ਤੋਂ ਸਾਨੂੰ ਪਤਾ ਹੈ ਕਿ ਕਿੰਨਾ ਸਾਨੂੰ ਅਸੀਂ ਪ੍ਰੈਕਟੀਕਲ ਕਰ ਚੁੱਕੇ ਹਾਂ। ਇਹ ਮੰਨ ਲਓ, ਜੇ ਕਿਸੇ ਨੂੰ ਲਾਸ ਹੁੰਦਾ ਹੈ, ਲੇਬਰ ਨੂੰ ਜਾਂ ਇਹਨਾਂ ਦੇ ਕੰਮ ਕਰਨ ਵਾਲੇ ਬੰਦਿਆਂ ਨੂੰ, ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਹੋਣੀ ਚਾਹੀਦੀ ਹੈ। ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਰੈਲੀਜ਼ ਕੀਤੀਆਂ, ਕਾਫੀ ਹਿਊਜ਼ ਉੱਥੇ ਇਕੱਠ ਹੋਏ ਆ, ਲੋਕੀ ਆਏ ਆ, ਤੇ ਹੁਣ ਬਿਲਕੁਲ ਨੇੜੇ ਆ ਕੇ ਜਦੋਂ ਬਿਲਕੁਲ ਹੀ ਮਤਲਬ ਆਊਟ ਆਫ ਕੰਟਰੋਲ ਹੋ ਗਿਆ, ਉਦੋਂ ਬੰਦ ਕੀਤੀਆਂ ਉਹਨਾਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਧੂਰ। ਇਸ ਵੇਲੇ ਅਰਬਨ ਸਟੇਟ ਫੇਜ਼ 2 ਪਟਿਆਲਾ ਦੇ ਵਿੱਚ ਮੌਜੂਦ ਹਾਂ। ਸਰਕਾਰ ਦੇ ਵੱਲੋਂ ਐਲਾਨ ਜਿਹੜੇ ਕੀਤੇ ਜਾ ਰਹੇ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਰੋਨਾ ਦੇ ਮੱਦੇਨਜ਼ਰ ਲੋਕਡਾਊਨ ਨੂੰ ਲੈ ਕੇ, ਜਿੱਥੇ ਕੁਝ ਜਗ੍ਹਾ ਤੇ ਪਰਮਾਨੈਂਟ ਲੋਕਡਾਊਨ ਹੋ ਗਿਆ ਤੇ ਅਜੇ ਪੰਜਾਬ ਦੇ ਵਿੱਚ ਵੀਕਐਂਡ ਲੋਕਡਾਊਨ ਚੱਲ ਰਿਹਾ, ਜਿਹਦਾ ਸਮਾਂ ਜਿਹੜਾ ਵਧਾ ਕੇ ਪੂਰੀ ਰਾਤ ਦਾ ਜਿਹੜਾ ਕਰ ਦਿੱਤਾ ਗਿਆ। ਅਲੱਗ-ਅਲੱਗ ਰੈਸਟੋਰੈਂਟਸ ਔਰ ਹੋਟਲ ਦੇ ਜਿਹੜੇ ਓਨਰਸ ਹੈਗੇ ਆ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਚੀਜ਼ ਦੇ ਮੱਦੇਨਜ਼ਰ ਉਹਨਾਂ ਦੇ ਕੰਮ ਦੇ ਉੱਤੇ ਕੀ ਪ੍ਰਭਾਵ ਪੈ ਸਕਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਲਗਾਤਾਰ ਜਿਹੜੀਆਂ ਹੁਣ ਲੋਕਡਾਊਨ ਦੀਆਂ ਹਦਾਇਤਾਂ ਜਿਹੜੀਆਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਇਸ ਚੀਜ਼ ਦੇ ਨਾਲ ਕਿੰਨਾ ਕੁ ਜਿਹੜਾ ਲਾਸ ਹੋ ਸਕਦਾ ਹੈ? ਮੈਮ, ਲਾਸ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ, ਕਿਉਂਕਿ ਪਹਿਲਾਂ ਕਸਟਮਰ ਹੀ ਜਦੋਂ ਆਉਣ ਦਾ ਟਾਈਮ ਹੁੰਦਾ ਹੈ 8 ਵਜੇ ਦਾ, ਉਦੋਂ ਤੋਂ ਲੋਕਡਾਊਨ ਹੋ ਜਾਂਦਾ ਹੈ, ਤੇ ਸਾਡੇ ਤਾਂ ਕਸਟਮਰ ਹੀ ਨਹੀਂ ਰਹੇ ਹੈਗੇ। ਕਿ ਸਾਨੂੰ ਬੜੀਆਂ ਪ੍ਰੋਬਲਮਸ ਆ ਰਹੀਆਂ ਨੇ ਕਿ ਹਾਂ 8 ਵਜੇ ਦਾ ਲੋਕਡਾਊਨ ਕਰਤੇ ਹੈ, ਕਿ ਉਹ ਤੋਂ ਪਹਿਲਾਂ ਜਦੋਂ ਸਾਡਾ ਕਸਟਮਰ ਹੀ ਨਹੀਂ ਹੈ, ਕਸਟਮਰ ਹੀ ਸਾਡਾ ਸ਼ਾਮ ਦਾ ਹੈ ਜੀ। ਇਸ ਕਰਕੇ ਬੜਾ ਲਾਸ ਹੋ ਰਿਹਾ ਹੈ ਸਾਨੂੰ। ਤਾਂ ਇਹ ਹੈ ਕਿ ਸਾਡੇ ਤਾਂ ਆਪਣੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਹੁਣ ਰੈਂਟ ਕਿੱਥੋਂ ਭਰਾਂਗੇ ਅਸੀਂ? ਜਾਇਜ਼ ਲੱਗਦਾ ਹੈ ਡਿਸੀਜਨ ਸਰਕਾਰ ਦਾ ਜਾਂ ਲੱਗਦਾ ਕਿ ਨਹੀਂ? ਕੋਈ ਜਾਇਜ਼ ਨਹੀਂ ਹੈ, ਇਹ ਨਾਜਾਇਜ਼ ਹੀ ਲੋਕਾਂ ਨੂੰ ਤੰਗ ਕਰ ਰਹੇ ਨੇ। ਕਰੋਨਾ ਮਹਾਮਾਰੀ ਦਾ ਵਜੂਦ ਨਹੀਂ ਲੱਗਦਾ ਤੁਹਾਨੂੰ ਵੀ ਹੈਗਾ ਜਾਂ ਨਹੀਂ ਹੈਗਾ? ਮੈਮ, ਇਹ ਤਾਂ ਦੇਖੋ ਜਿਨ੍ਹਾਂ ਨੂੰ ਹੋ ਰਿਹਾ ਹੈ, ਜੇ ਮੈਂ ਕਲੀਅਰਲੀ ਦੱਸਾਂ ਕਿ ਜਿਨ੍ਹਾਂ ਨੂੰ ਹੋ ਰਿਹਾ ਉਹਨਾਂ ਨੂੰ ਲੱਗਦਾ ਵੀ ਹਾਂ ਕਰੋਨਾ ਹੈਗਾ ਹੈ। ਜਿਨ੍ਹਾਂ ਤੱਕ ਹੁਣ ਤੱਕ ਹੋਇਆ ਹੀ ਨਹੀਂ, ਉਹਨਾਂ ਨੂੰ ਲੱਗਦਾ ਕਿ ਹੈ ਹੀ ਨਹੀਂ ਕਰੋਨਾ, ਠੀਕ ਹੈ? ਇਹ ਤਾਂ ਹੁਣ ਇੱਕ ਅਲੱਗ ਡਿਸੀਜਨ ਹੈ ਕਿ ਲੋਕੀ ਕਰੋਨਾ ਨਾਲ ਘੱਟ ਮਰਨਗੇ ਤੇ ਮੈਨੂੰ ਲੱਗਦੀ ਭੁੱਖਮਰੀ ਨਾਲ ਜ਼ਿਆਦਾ ਮਰਨਗੇ, ਕਿਉਂਕਿ ਕੰਮ ਹੀ ਨਹੀਂ ਰਹੇਗਾ ਜਦੋਂ, ਤੇ ਲੋਕੀ ਖਾਣਗੇ ਕੀ? ਹੁਣ ਸਾਡੇ ਵਰਗੇ ਕੀ ਕਰਨਗੇ ਜਦੋਂ ਸਾਡਾ ਸ਼ਾਪ ਤੇ ਹੀ ਕੰਮ ਨਹੀਂ ਹੈਗਾ? ਅਸੀਂ ਕੀ ਖਾਵਾਂਗੇ ਤੇ ਕੀ ਬੱਚਿਆਂ ਨੂੰ ਅੱਗੇ ਐਜੂਕੇਸ਼ਨ ਦੇਵਾਂਗੇ? ਸਰਕਾਰ ਦੀਆਂ ਜਿਹੜੀਆਂ ਨਵੀਆਂ ਹਦਾਇਤਾਂ ਆਈਆਂ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਜਿਹੜੀਆਂ ਘਰਾਂ ਨੂੰ ਜਿਹੜੀਆਂ ਡਿਲੀਵਰੀ ਕਰ ਸਕਦੇ ਹੋ ਬਣੇ ਹੋਏ ਫੂਡ ਦੀ, ਜਾਂ ਲੋਕ ਬਾਹਰੋਂ ਲੈ ਕੇ ਜਾ ਸਕਦੇ ਪਰ ਬੈਠ ਕੇ ਨਹੀਂ ਖਾ ਸਕਦੇ। ਇਹਦੇ ਨਾਲ ਕੋਈ ਆਸਰਾ ਮਹਿਸੂਸ ਹੁੰਦਾ? ਮੈਮ, ਕੋਈ ਵੀ ਨਹੀਂ ਹੈਗਾ। ਜਦੋਂ ਲੋਕੀ, ਤੁਸੀਂ ਸਰਕਾਰਾਂ ਹੀ ਡਰਾ ਰਹੀਆਂ ਲੋਕਾਂ ਨੂੰ ਕਿ ਕਰੋਨਾ ਹੈਗਾ, ਤੁਸੀਂ ਨਾ ਕਰੋ, ਤੇ ਉਹ ਹੋਮ ਡਿਲੀਵਰੀ ਵੀ ਨਹੀਂ ਹੋਏਗੀ ਨਾ, ਫਿਰ ਲੋਕੀ ਆਰਡਰ ਹੀ ਨਹੀਂ ਕਰਨਗੇ ਕਰੋਨਾ ਕਰਕੇ ਕਿ ਕਰੋਨਾ ਹੈ। ਡਰਾ ਰਹੀਆਂ ਸ਼ਬਦ ਤੁਸੀਂ ਕਿਉਂ ਵਰਤਿਆ? ਕਿ ਇਹਦਾ ਕੋਈ ਵਜੂਦ ਨਹੀਂ ਦਿਖ ਰਿਹਾ ਕਰੋਨਾ ਦਾ? ਮੈਨੂੰ ਤਾਂ ਨਹੀਂ ਦਿਖਿਆ ਹੁਣ ਤੱਕ ਕੋਈ ਵੀ। ਅੱਛਾ, ਕਿਵੇਂ? ਕਿਉਂਕਿ ਸਾਡੇ ਤਾਂ ਏਰੀਏ 'ਚ ਇੱਥੇ ਅਸੀਂ ਦੇਖ ਲਓ ਸਾਲ ਹੈ, ਪਿਛਲੇ ਸਾਲ ਵੀ ਹੋ ਗਿਆ, ਸਾਡੇ ਏਰੀਏ 'ਚ ਕੋਈ ਕੇਸ ਨਹੀਂ ਹੈਗਾ ਇੱਧਰ ਕਿ ਅਸੀਂ ਦੇਖਿਆ ਹੀ ਨਹੀਂ ਹੈ ਕਿ ਕਰੋਨਾ ਹੈ ਵੀ ਹੈ ਕਿ ਨਹੀਂ ਹੈ। ਸਰਕਾਰੀ ਰਿਪੋਰਟਾਂ ਜਿਹੜੀਆਂ ਅੰਕੜੇ ਪੇਸ਼ ਕਰ ਰਹੀਆਂ ਹੈਗੀਆਂ, ਔਰ ਕੋਵਿਡ ਵੈਕਸੀਨੇਸ਼ਨ ਨੂੰ ਤੁਸੀਂ ਇਹਦੇ ਵਿੱਚ ਕਿਵੇਂ ਮੰਨਦੇ ਹੋ? ਕਿਉਂਕਿ ਹੁਣ ਤਾਂ ਇਲਾਜ ਵੀ ਇਹਦਾ ਹੈਗਾ ਕੋਲੇ, ਤੇ ਉੱਤੋਂ ਜਿਹੜੇ ਇੰਨੇ ਅੰਕੜੇ ਜਿਹੜੇ ਆ ਜ਼ਬਰਦਸਤ ਤਰੀਕੇ ਦੇ ਆ ਰਹੇ ਆ ਪੂਰੇ ਭਾਰਤ ਵਰਸ਼ ਦੇ ਵਿੱਚ। ਮੈਮ, ਆ ਰਹੇ ਨੇ ਜਿੱਥੇ ਆ ਰਹੇ ਨੇ, ਜਿਸ ਤਰ੍ਹਾਂ ਆਪਣੇ ਤਾਂ ਪੰਜਾਬ 'ਚ ਘੱਟ ਦੱਸ ਰਹੇ ਨੇ, ਤੇ ਜਿਹੜੀਆਂ ਆਪਾਂ ਤੁਸੀਂ ਕਹਿ ਰਹੇ ਹੋ ਕਿ ਹਦਾਇਤਾਂ ਆ ਰਹੀਆਂ ਨੇ, ਇਹ ਮੁੰਬਈ ਸਾਈਡ ਦੀਆਂ, ਮੁੰਬਈ ਤੇ ਦਿੱਲੀ ਦੇ ਜ਼ਿਆਦਾ ਹੈਗੇ ਨੇ ਕੇਸਿਸ, ਉੱਧਰ ਕਹਿੰਦੇ ਜ਼ਿਆਦਾ ਹੈਗੇ ਨੇ, ਪਰ ਮੈਂ ਤਾਂ ਹੁਣ ਤੱਕ ਕੋਈ ਨਹੀਂ ਦੇਖਿਆ, ਹੁਣ ਤੱਕ ਕਰੋਨਾ ਹੀ ਨਹੀਂ ਦੇਖਿਆ। ਇਹ ਸਰਕਾਰਾਂ ਨੇ ਇਹ ਥੋੜਾ ਸਖਤੀ ਕਰਨ ਦਾ ਰੁਖ ਜਿਹੜਾ ਹੁਣ ਅਪਣਾਇਆ ਹੈਗਾ ਕਿ ਇਹ ਕਰੋਨਾ ਜਿਹੜਾ ਫੈਲੇ ਨਾ। ਔਰ ਰਾਤ ਦੇ ਕਰਫਿਊ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਮ, ਰਾਤ ਦੇ ਕਰਫਿਊ ਨੂੰ ਆਪਾਂ ਦੇਖਦੇ ਹਾਂ ਕਿ ਹਾਂ ਚਲੋ ਰਾਤ ਨਾਈਟ ਦਾ ਕਰਫਿਊ, ਨਾਈਟ ਨੂੰ ਤਾਂ ਵੈਸੇ ਵੀ ਲੋਕੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ, ਕਿ ਉਹਦੇ ਤਾਂ ਕੋਈ ਹੋਈ ਨਹੀਂ ਹੈਗਾ, ਵਜੂਦ ਹੀ ਨਹੀਂ ਹੈ। ਰੈਲੀਆਂ ਬਾਰੇ ਕੀ ਸੋਚਦੇ ਹੋ ਜਿਹੜੀਆਂ ਰਾਜਨੀਤਿਕ ਵੱਡੀਆਂ ਰੈਲੀਆਂ ਹੋ ਰਹੀਆਂ? ਇਹੀ ਤਾਂ ਪ੍ਰੋਬਲਮ ਹੈ ਕਿ ਆਪਾਂ ਜਿਹੜੇ ਆਮ ਲੋਕੀ ਆ ਉਹਨਾਂ ਨੂੰ ਸਰਕਾਰ ਤੰਗ ਕਰ ਰਹੀ ਹੈ।
ਜਦੋਂ ਇਹ ਵੱਡੇ ਵੱਡੇ ਜਿਹੜੇ ਨੇਤਾ ਨੇ ਉਹ ਲੱਖ ਲੱਖ 2-2 ਲੱਖ ਦੀਆਂ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਸਰਕਾਰ ਕੁਝ ਨਹੀਂ ਕਹਿੰਦੀ। ਇਹ ਤਾਂ ਗਲਤ ਹੈ ਨਾ ਕਿ ਤੁਸੀਂ ਇੱਕ ਆਮ ਇਨਸਾਨ ਨੂੰ ਤੰਗ ਕਰ ਰਹੇ ਹੋ ਕਿ ਉਹ ਆਪਣਾ ਬਿਜ਼ਨਸ ਕਰ ਰਿਹਾ ਹੈ, ਠੀਕ ਹੈ। ਤੁਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ ਹੈਗੇ। ਜਿਹੜੇ ਬੜੇ ਬੜੇ ਨੇਤਾ ਹੈ ਉਹ ਐਡੀਆਂ ਵੱਡੀਆਂ ਰੈਲੀਆਂ ਕਰ ਰਹੇ ਨੇ, ਕਿੱਥੇ ਨਹੀਂ ਰੈਲੀ ਹੋ ਰਹੀ ਹੈਗੀ। ਇੱਥੇ ਵੀ ਹੋਈਆਂ ਨੇ, ਪੰਜਾਬ 'ਚ ਇੰਨੀਆਂ ਰੈਲੀਆਂ ਹੋ ਰਹੀਆਂ ਨੇ, ਦੂਸਰੇ ਸ਼ਹਿਰਾਂ 'ਚ ਹੋ ਰਹੀਆਂ ਨੇ, ਉਹਨਾਂ ਨੂੰ ਸਰਕਾਰ ਕੋਈ ਨਹੀਂ ਰੋਕ ਰਹੀ ਹੈਗੀ। ਉਹੀ ਹੈ ਨਾ ਕਿ ਤੁਸੀਂ ਆਮ ਆਦਮੀ ਨੂੰ ਦਬਾ ਰਹੇ ਹੋ। ਤੁਹਾਡੇ ਕੋਲੇ ਜਦੋਂ ਵੀ ਕਦੇ ਦੇਖਿਆ ਜਾਂਦਾ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਕਸਟਮਰ ਆਉਂਦੇ ਆ, ਤੇ ਹੁਣ ਜੇ ਲੋਕਡਾਊਨ ਵੱਲ ਨੂੰ ਵੱਧਦਾ ਹੈ ਪੰਜਾਬ, ਤੇ ਕੀ ਅਸਰ ਪੈ ਸਕਦਾ ਤੁਹਾਡੇ ਕੰਮ ਦੇ ਉੱਤੇ? ਪਿਛਲੇ ਤਜਰਬਿਆਂ ਤੋਂ ਕੀ ਸਾਹਮਣੇ ਆਇਆ ਸੀ? ਨਹੀਂ ਦੇਖੋ ਮੈਡਮ, ਇਹ ਜਿਹੜਾ ਨੁਕਸਾਨ ਹੈ ਸਿਰਫ ਸਾਡਾ ਹੀ ਨਹੀਂ, ਸਾਰਿਆਂ ਦਾ ਹੀ ਹੈ। ਖਾਸ ਕਰਕੇ ਮਿਡਲ ਕਲਾਸ ਇਸ ਤੇ ਬਹੁਤ ਇਫੈਕਟ ਹੋ ਰਿਹਾ ਹੈ। ਦੇਖੋ ਤੁਸੀਂ ਆਪ ਦੇਖੋ, ਜਦੋਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਮੋਦੀ ਸਰਕਾਰ ਦੀ ਗੱਲ ਹੈ, ਜੇ ਉੱਥੇ ਰੈਲੀਆਂ ਕਰ ਰਹੇ ਨੇ ਕਿ ਉੱਥੇ ਕਰੋਨਾ ਨਹੀਂ ਹੈ, ਜਿੱਥੇ ਕਿਸਾਨ ਬੈਠੇ ਆ ਉੱਥੇ ਕਰੋਨਾ ਨਹੀਂ ਹੈ, ਜਿੱਥੇ ਉਹਨਾਂ ਨੂੰ ਚਾਹੀਦਾ ਹੈ ਉੱਥੇ ਨਹੀਂ ਕਰ ਰਹੇ। ਇਸ ਤਰ੍ਹਾਂ ਸ਼ੋਪ ਬੰਦ ਕਰਨਾ ਕੋਈ ਸਾਰਾ ਦਿਨ ਦੇਖੋ, ਤੁਸੀਂ ਆਪ ਦੇਖੋ ਕਰੋਨਾ ਨਹੀਂ ਹੈ। ਈਵਨਿੰਗ ਟਾਈਮ ਕਸਟਮਰ ਟਾਈਮ ਹੁੰਦਾ, ਕਲੋਜ਼ ਕਰਵਾ ਦਿੰਦੇ ਨੇ ਜੀ ਕਰੋਨਾ ਹੈ। ਇਹਦੇ ਨਾਲ ਸਾਡਾ ਕਾਫੀ ਲੋਸ ਹੈ। ਸਾਨੂੰ ਮਿਡਲ ਕਲਾਸ ਨੂੰ ਸਰਕਾਰ ਕੋਈ ਹੈਲਪ ਨਹੀਂ ਦੇ ਰਹੀ, ਨਾ ਤਾਂ ਬਿਜਲੀ ਦੇ ਬਿੱਲ ਪੇ ਨੇ, ਸਾਨੂੰ ਕਰਨਾ ਹੀ ਪੈਂਦਾ ਹੈ। ਹੈਲਪਰ ਨੇ, ਉਹਨਾਂ ਦੇ ਵੀ ਖਰਚੇ ਹੈ, ਰੈਂਟ ਹੈ, ਕਿਸੇ ਗੱਲ ਦੀ ਵੀ ਸਾਨੂੰ ਕੋਈ ਕੰਸੈਸ਼ਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮੇਰੀ ਤਾਂ ਇਹੀ ਹੈ, ਜਿਸ ਤਰ੍ਹਾਂ ਬਾਕੀਆਂ ਦੇ ਵਿਊਜ਼ ਮੈਨੂੰ ਨਹੀਂ ਪਤਾ, ਬਟ ਮੇਰੇ ਤਾਂ ਇਹੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਪਰ ਮੈਮ ਕਰੋਨਾ ਮਹਾਮਾਰੀ ਦਾ ਵਜੂਦ ਨਹੀਂ ਕੁਝ ਸਮਝਦੇ, ਕਿਉਂਕਿ ਬਹੁਤ ਵੱਡੇ ਅੰਕੜੇ ਆ ਰਹੇ ਨੇ। ਹਾਲਾਂਕਿ ਕੋਵਿਡ ਵੈਕਸੀਨ ਵੀ ਜਿਹੜੀ ਆ ਬਣ ਚੁੱਕੀ ਹੋਈ ਆ, ਪਰ ਵੱਡੇ ਅੰਕੜੇ ਆ ਰਹੇ ਨੇ। ਕਿਹਾ ਜਾ ਰਿਹਾ ਕਿ ਪਿਛਲੀ ਵਾਰ ਨਾਲੋਂ ਵੱਡਾ ਵਿਕਰਾਲ ਰੂਪ ਜਿਹੜਾ ਸਾਹਮਣੇ ਆ ਰਿਹਾ, ਉਹਦੇ ਮੱਦੇਨਜ਼ਰ ਨਹੀਂ ਲੱਗਦਾ ਕਿ ਸਾਡੀ ਸੇਫਟੀ ਲਈ, ਸਾਡੀ ਜ਼ਿੰਦਗੀ ਦੇ ਲਈ ਇਹ ਜ਼ਰੂਰੀ ਆ? ਨਹੀਂ, ਇਟ ਇਜ਼ ਮੋਸਟ ਕੰਪਲਸਰੀ। ਇਹ ਤਾਂ ਸਾਨੂੰ ਚਾਹੀਦਾ ਹੈ, ਇhtiyat ਵਰਤੀਏ। ਜਿਸ ਤਰ੍ਹਾਂ ਮਾਸਕ ਲਗਾਉਣਾ ਜਾਂ ਸੈਨੀਟਾਈਜ਼ਰ ਸਾਨੂੰ ਕਹਿ ਰਹੇ ਨੇ ਕਿ ਵਾਰ-ਵਾਰ ਹੱਥ ਧੋਵੋ, ਉਹ ਤਾਂ ਸਭ ਨੂੰ ਹੀ ਚਾਹੀਦਾ ਹੈ। ਚਾਹੇ ਅਸੀਂ ਦੁਕਾਨਦਾਰ ਹੋਈਏ, ਚਾਹੇ ਕੋਈ ਸਰਵਿਸ ਵਾਲੇ ਨੇ, ਜੋਬ ਵਾਲੇ ਨੇ, ਉਹਦੇ 'ਚ ਸਾਰੇ ਆ ਜਾਂਦੇ ਨੇ। ਜੋ ਸਰਕਾਰ ਨੇ ਹਦਾਇਤਾਂ ਦਿੱਤੀਆਂ ਉਹ ਤਾਂ ਸਾਨੂੰ ਮੰਨਣੀਆਂ ਚਾਹੀਦੀਆਂ, ਉਸ ਨਾਲ ਤਾਂ ਐਗਰੀ ਹਾਂ। ਬਟ ਇਹ ਹੈ ਕਿ ਜਿਵੇਂ ਹੁਣ ਇਸ ਤਰ੍ਹਾਂ ਲੋਕਡਾਊਨ ਕਰ ਰਹੇ ਨੇ ਵੀ ਹਾਂ ਬਿਲਕੁਲ ਹੀ ਬਾਹਰ ਨਹੀਂ ਨਿਕਲਣਾ, ਇਹ ਨਹੀਂ ਕਰਨਾ, ਇਟ ਇਜ਼ ਰੋਂਗ। ਫਿਰ ਸਾਨੂੰ ਸਰਕਾਰ ਥੋੜੀ ਕੋਈ ਹੈਲਪ ਕਰ ਰਹੀ ਹੈ। ਜਾਂ ਤਾਂ ਸਾਡਾ ਕੁਝ ਬਿੱਲ ਪੇ ਕਰਨ ਵੀ, ਹਾਂਜੀ ਤੁਹਾਡੀ ਬਿੱਲ ਮਾਫ ਕਰ ਦਿੰਦੇ ਆ, ਜਾਂ ਸਾਨੂੰ ਕੋਈ ਹੋਰ ਹੈਲਪ ਦੇਣ। ਨਵੀਆਂ ਆਈਆਂ ਹਦਾਇਤਾਂ ਦੇ ਵਿੱਚ ਇਹ ਇੱਕ ਆਪਸ਼ਨ ਦਿੱਤਾ ਗਿਆ ਕਿ ਜਿਹੜੇ ਰੈਸਟੋਰੈਂਟ ਜਾਂ ਹੋਟਲ ਹੈਗੇ ਆ, ਉਹ ਆਪਣਾ ਜਿਹੜਾ ਫੂਡ ਹੈ ਡਿਲੀਵਰ ਕਰ ਸਕਦੇ ਲੋਕਾਂ ਦੇ ਘਰਾਂ ਦੇ ਵਿੱਚ। ਇਹ ਇੱਕ ਸੌਖਾ ਆਪਸ਼ਨ ਨਹੀਂ ਲੱਗਦਾ ਕਿ ਇਹਦੇ ਨਾਲ ਉਨਾ ਫਾਇਦਾ ਨਹੀਂ ਹੁੰਦਾ ਜਿੰਨਾ ਇੰਨਾ ਰੋਜ਼ਾਨਾ ਖੋਲ੍ਹਣਾ ਹੁੰਦਾ? ਨਹੀਂ, ਹਰੇਕ ਕੋਈ ਇਸ ਨੂੰ ਇਸ ਤਰ੍ਹਾਂ ਜ਼ਰੂਰੀ ਨਹੀਂ ਸਮਝਦਾ ਮੈਡਮ। ਜਿਹੜੇ ਲੈ ਕੇ ਜਾਂਦੇ ਨੇ ਉਹਨਾਂ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਕਿ ਇਹ ਜਗ੍ਹਾ ਜਗ੍ਹਾ ਹੋ ਕੇ ਆਏ ਨੇ, ਸ਼ਾਇਦ ਉਹਨਾਂ ਤੋਂ ਹੀ ਸਾਨੂੰ ਕਰੋਨਾ ਹੋ ਜਾਵੇ। ਅਗਰ ਕਸਟਮਰ ਆਪ ਆਉਂਦਾ ਉਹ ਜ਼ਿਆਦਾ ਸਾਨੂੰ ਬੈਨੀਫਿਟ ਹੈ, ਕਿਉਂਕਿ ਉਹ ਬਹਿੰਦੇ ਨੇ, ਇੱਕ ਮੂਡ ਬਣ ਜਾਂਦਾ ਹੈ, ਖਾਂਦੇ ਖਾਂਦੇ ਦੂਸਰੀ ਚੀਜ਼ ਦਾ ਵੀ ਆਫਰ ਹੋ ਜਾਂਦਾ ਹੈ। ਬਟ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੈ। ਇਹਦਾ ਹੱਲ ਕੀ ਤੁਹਾਡੀ ਨਜ਼ਰ ਦੇ ਵਿੱਚ ਲੱਗਦਾ ਕਿ ਦੁਕਾਨਾਂ ਵੀ ਨਾ ਬੰਦ ਹੋਣ ਔਰ ਕਰੋਨਾ ਮਹਾਮਾਰੀ ਵੀ ਨਾ ਫੈਲੇ? ਕੀ ਲੱਗਦਾ ਕਿ ਹੱਲ ਕੀ ਹੋ ਸਕਦਾ? ਹੱਲ ਇਹੀ ਹੋ ਸਕਦਾ ਹੈ ਕਿ ਚਾਹੇ ਅਸੀਂ ਦੁਕਾਨਦਾਰ ਹੋਈਏ, ਚਾਹੇ ਸਾਡੇ ਹੈਲਪਰ ਹੋਣ ਜਾਂ ਆਲ ਪਬਲਿਕ ਹੋਵੇ, ਉਹਨਾਂ ਨੂੰ ਜਿਸ ਤਰ੍ਹਾਂ ਹਦਾਇਤਾਂ ਦਿੱਤੀਆਂ ਗਈਆਂ ਸਰਕਾਰ ਵੱਲੋਂ ਕਿ ਆਪਣਾ ਮਾਸਕ ਯੂਜ਼ ਕਰੋ, ਸੈਨੀਟਾਈਜ਼ਰ ਯੂਜ਼ ਕਰੋ, ਵਾਰ-ਵਾਰ ਹੱਥ ਧੋਵੋ, ਉਹ ਗੱਲਾਂ ਨੂੰ ਮੰਨਣਾ ਚਾਹੀਦਾ ਹੈ। ਪਰ ਜਿਹੜਾ ਡਿਸਟੈਂਸ ਹੈ ਉਹ ਵੀ ਬਣਾ ਕੇ ਰੱਖਣਾ ਚਾਹੀਦਾ ਹੈ। ਤੇ ਸਰਕਾਰ ਨੂੰ ਚਾਹੀਦਾ ਕਿ ਸਾਡੇ ਨਾਲ ਕੁਝ ਕੋਆਪਰੇਟ ਉਹ ਵੀ ਕਰਨ, ਥੋੜਾ ਟਾਈਮ ਦਾ ਕਰ ਦੇਣ। ਠੀਕ ਹੈ, ਨਾਈਟ ਟਾਈਮ ਦਾ ਹੈ ਕਰਫਿਊ, ਅਸੀਂ ਐਗਰੀ ਹਾਂ, ਪਰ ਬਿਲਕੁਲ ਹੀ ਨਾ ਕਰਨਾ, ਅਸੀਂ ਤਾਂ ਬਿਲਕੁਲ ਹੀ ਖਤਮ ਹੋ ਜਾਾਂਗੇ। ਕਿਉਂਕਿ ਮਸਾ ਹੀ ਤਾਂ ਅਸੀਂ ਸਟੈਂਡ ਹੋਏ ਹਾਂ। ਹਾਲੇ ਪਹਿਲੇ ਗਲਤੀਆਂ ਤੋਂ ਸਾਨੂੰ ਪਤਾ ਹੈ ਕਿ ਕਿੰਨਾ ਸਾਨੂੰ ਅਸੀਂ ਪ੍ਰੈਕਟੀਕਲ ਕਰ ਚੁੱਕੇ ਹਾਂ। ਇਹ ਮੰਨ ਲਓ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ, ਕਿਉਂਕਿ ਮਿਡਲ ਕਲਾਸ ਇੱਕ ਇਹੋ ਜਿਹੀ ਕਲਾਸ ਹੈ, ਸੱਚਾਈ ਇਹੀ ਹੈ, ਅਗਰ ਸਾਡੇ ਕੋਲ ਅੰਦਰ ਆਪਣੇ ਪੀਪੇ 'ਚ ਆਟਾ ਵੀ ਨਾ ਹੋਵੇ, ਪਰ ਅਸੀਂ ਬਾਹਰੋਂ ਹੈਲਪ ਨਹੀਂ ਲੈ ਸਕਦੇ, ਕਿਉਂਕਿ ਅਸੀਂ ਮਿਡਲ ਕਲਾਸ ਹਾਂ। ਲੋ ਵਾਲੇ ਤਾਂ ਸਿੱਧਾ ਹੱਥ ਅੱਡ ਲੈਂਦੇ ਨੇ, 2 ਨੰਬਰ ਵਾਲਿਆਂ ਨੂੰ ਵੈਸੇ ਵੀ ਕਮੀ ਨਹੀਂ। ਮਿਡਲ ਕਲਾਸ ਕਿੱਥੇ ਜਾਵੇ? ਇਟ ਇਜ਼ ਵੈਰੀ, ਮੇਰੇ ਹਿਸਾਬ ਨਾਲ ਇਹ ਨਹੀਂ ਹੈ ਸਹੀ, ਹੈ ਨਾ। ਲਾਕਡਾਊਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਲਗਾਤਾਰ ਦੱਸੇ ਜਾ ਰਹੇ ਆ। ਤੇ ਇਸ ਵੇਲੇ ਅਸੀਂ ਪਟਿਆਲਾ ਦੇ ਅਰਬਨ ਸਟੇਟ ਫੇਜ਼ 2 ਦੇ ਵਿੱਚ ਹਾਂ ਔਰ ਇੱਥੇ ਵੀ ਕਾਫੀ ਵੱਡੇ ਜਿਹੜੇ ਰੈਸਟੋਰੈਂਟ ਔਰ ਦੁਕਾਨਾਂ ਮੌਜੂਦ ਨੇ। ਇਸ ਵੇਲੇ ਅਨੇਜਾ ਸਵੀਟ ਸ਼ਾਪ ਦੇ ਵਿੱਚ ਮੌਜੂਦ ਹਾਂ। ਸਰ, ਹੁਣ ਲਗਾਤਾਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੌਲੀ-ਹੌਲੀ ਜਿਹੜਾ ਲਾਕਡਾਊਨ ਦੇ ਵਿੱਚ ਪਰਮਾਨੈਂਟ ਲਾਕਡਾਊਨ ਦੇ ਵੱਲ ਨੂੰ ਪੰਜਾਬ ਵੱਧ ਰਿਹਾ, ਤੇ ਹੁਣ ਜਿਹੜੀਆਂ ਇਹਨਾਂ ਨੇ ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਕਰਨ ਦੀ ਗੱਲ ਆਖੀ ਆ, ਤੁਸੀਂ ਸਹਿਮਤ ਹੋ? ਐਕਚੁਅਲੀ ਹੁਣ ਸਹਿਮਤ ਹੋਣਾ ਪਊਗਾ, ਕਿਉਂਕਿ ਹੁਣ ਗਵਰਨਮੈਂਟ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਕਿਸੇ ਦਾ ਜੀ, ਤੇ ਗਵਰਨਮੈਂਟ ਨਾਲ ਐਗਰੀ ਕਰਨਾ ਪੈਣਾ, ਮਜਬੂਰ ਹਾਂ। ਬਹੁਤ ਜ਼ਿਆਦਾ ਲਾਸ ਹੁੰਦਾ ਆ, ਪਰ ਕੁਝ ਕਰ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਦੇ ਅੱਗੇ ਮਜਬੂਰ ਹਾਂ। ਗਵਰਨਮੈਂਟ ਨਾਲ ਨਹੀਂ ਲੜ ਸਕਦੇ, ਕੀ ਕਰ ਸਕਦੇ ਹਾਂ ਇਹਦੇ ਵਿੱਚ? ਪਰ ਮਜਬੂਰੀ ਦੇ ਤਹਿਤ ਹੀ ਕਿਉਂ? ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਕਰੋਨਾ ਜਿਹੜਾ ਵੱਧ ਰਿਹਾ ਔਰ ਕਾਫੀ ਵੱਡੀ ਪੱਧਰ ਦੇ ਵਿੱਚ ਅੰਕੜੇ ਜਿਹੜੇ ਆ ਮਿਲ ਰਹੇ ਆ। ਕੀ ਲੱਗਦਾ ਨਹੀਂ ਆ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਇਹ ਜ਼ਰੂਰੀ ਆ? ਜਿੱਦਾਂ ਵੀ ਦੇਖ ਲਓ, ਕਹਿ ਸਕਦੇ ਹਾਂ,
ਜ਼ਰੂਰੀ ਵੀ ਹੈ ਨਹੀਂ ਵੀ ਜ਼ਰੂਰੀ ਹੈ। ਬਹੁਤ ਸਾਰਾ ਨੁਕਸਾਨ ਹੁੰਦਾ ਹੈ, ਸਟਾਫ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ, ਬੌਸ ਦਾ, ਓਨਰ ਦਾ, ਸਾਡੇ ਦਾ ਬਹੁਤ ਨੁਕਸਾਨ ਹੁੰਦਾ ਆ। ਨੈਚੁਰਲ ਜੀ ਗੱਲ ਹੈ, ਜੇ ਸਾਡਾ ਓਨਰ ਕਮਾਉਂਦਾ ਆ ਤਾਂ ਹੀ ਸਾਨੂੰ ਸਟਾਫ ਨੂੰ ਉਹ ਸੈਲਰੀ ਦਿੰਦਾ ਆ, ਸਾਰਾ ਕੁਝ ਕਰ ਸਕਦਾ ਹੈ ਨਾ। ਅਦਰਵਾਈਜ਼ ਹੁਣ ਪਾਕਟ ਤੋਂ ਤਾਂ ਦੇਣ ਤੋਂ ਰਿਹਾ ਨਾ ਉਹ, ਜੇ ਉਹ ਕਮਾਉਣਗੇ ਤਾਂ ਹੀ ਸਾਨੂੰ ਦੇਣਗੇ। ਤੇ ਨੈਚੁਰਲ ਜੀ ਗੱਲ ਹੈ, ਸਾਡਾ ਬਹੁਤ ਸਾਰਾ ਨੁਕਸਾਨ ਹੁੰਦਾ ਇਹਦੇ ਵਿੱਚ। ਪਰ ਇਹਦਾ ਹੱਲ ਕੀ ਹੋ ਸਕਦਾ ਹੈ ਜੇ ਸਰਕਾਰ ਦੁਕਾਨਾਂ ਨਾ ਵੀ ਬੰਦ ਕਰੇ, ਪਰ ਕਰੋਨਾ ਦੀ ਮਹਾਮਾਰੀ ਦਾ ਵੀ ਲਗਾਤਾਰ ਵੱਡੇ ਤੇ ਹੈਰਾਨ ਕਰਨ ਵਾਲੇ ਅੰਕੜੇ ਜਿਹੜੇ ਆ ਸਾਹਮਣੇ ਆ ਰਹੇ ਆ। ਹੱਲ ਕੀ ਹੋ ਸਕਦਾ ਕਿ ਦੁਕਾਨਾਂ ਵੀ ਬੰਦ ਨਾ ਹੋਰ ਤੇ ਮਹਾਮਾਰੀ ਵੀ ਨਾ ਫੈਲੇ? ਇਹ ਤਾਂ ਮੈਮ ਗੌਰਮੈਂਟ ਹੀ ਦੇਖ ਸਕਦੀ ਹੈ ਇਹਦੇ ਵਿੱਚ ਕੀ ਹੱਲ ਹੋ ਸਕਦਾ ਆ। ਦੁਕਾਨਦਾਰ ਦੇ ਵਿੱਚ ਕੀ ਦੇ ਸਕਦੇ ਆ? ਸਾਡਾ ਤਾਂ ਵੱਡੇ ਪੱਧਰ ਤੇ ਨੁਕਸਾਨ ਹੀ ਹੈ। ਪਹਿਲਾਂ ਸਾਡੀ 11 ਵਜੇ ਤੱਕ ਹੁੰਦਾ ਸੀਗਾ ਟਾਈਮਿੰਗ, ਫਿਰ 9 ਕਰਤੀ, ਫਿਰ ਹੁਣ ਅੱਜ ਤੋਂ 8 ਵਜੇ ਹੋ ਗਿਆ ਟਾਈਮ, ਤੇ ਸੰਡੇ ਆਫ ਹੀ ਹੈ ਪੂਰਾ। ਤੇ ਬਹੁਤ ਲਾਸ ਹੁੰਦਾ ਇਹਦੇ ਵਿੱਚ, ਸਾਡਾ ਵੀ ਲਾਸ ਹੈ, ਬੌਸ ਦਾ ਵੀ ਲਾਸ ਹੈ। ਕੀ ਲੱਗਦਾ ਹੈ ਕਿ ਇਸ ਵਾਰੀ ਪਹਿਲਾਂ ਨੋਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ, ਪਿਛਲੀ ਵਾਰੀ ਇੱਕੋ ਦਮ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਸੀ, ਪਰ ਇਸ ਵਾਰੀ ਨੋਟੀਫਿਕੇਸ਼ਨ ਦਿੱਤਾ ਗਿਆ। ਇਸ ਤੋਂ ਕੁਝ ਤਿਆਰੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਕਿ ਜਿਹੜੀਆਂ ਚੀਜ਼ਾਂ ਵੇਚੀਆਂ ਜਾ ਸਕਦੀਆਂ, ਜਿਹੜੀਆਂ ਚੀਜ਼ਾਂ ਸਾਂਭੀਆਂ ਜਾ ਸਕਦੀਆਂ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਘੱਟ ਮਾਤਰਾ ਦੇ ਵਿੱਚ ਚੀਜ਼ਾਂ ਬਣਾਈਆਂ ਜਾ ਸਕਣ? ਤਿਆਰੀ ਦਾ ਟਾਈਮ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਾਇਜ਼ ਜਾਂ ਖੁੱਲ੍ਹਾ ਦਿੱਤਾ ਜਾ ਰਿਹਾ? ਬਿਲਕੁਲ ਬਿਲਕੁਲ ਮਿਲ ਰਿਹਾ ਟਾਈਮ। ਜਿੱਦਾਂ ਕੋਈ ਆਈਟਮਸ ਹੈ, ਹੁਣ ਜਿੱਦਾਂ ਸਟਾਕ ਕਰਨੀਆਂ ਨਹੀਂ ਸਟਾਕ ਕਰਦੇ ਹੈਗੇ, ਉਹਦੇ ਅਕੋਰਡਿੰਗ ਹੀ ਅਸੀਂ ਮਾਲ ਬਣਾਉਂਦੇ ਹਾਂ। ਮਾਲ ਬਣਾਇਆ ਜਾਂਦਾ ਉਹਦੇ ਅਕੋਰਡਿੰਗ ਹੀ, ਕਿ ਜਿੰਨਾ ਕੋ ਜਿੱਦਾਂ ਲਾਈਕ 8 ਤੋਂ 8 ਹੋ ਗਿਆ ਟਾਈਮਿੰਗ, 3 ਘੰਟੇ ਆਫ ਹੋ ਗਏ, ਤਾਂ ਉਹਦੇ ਅਕੋਰਡਿੰਗ ਹੀ ਮਾਲ ਬਣਦਾ ਆ। ਲੋਕ ਵੀ ਇਸ ਦੁਕਾਨ ਦੇ ਵਿੱਚ ਮੌਜੂਦ ਆ ਜਿਹੜੇ ਚੀਜ਼ਾਂ ਵਸਤਾਂ ਜਿਹੜੀਆਂ ਲੈਣ ਲਈ ਆਉਂਦੇ ਆ। ਸਰ, ਲਾਕਡਾਊਨ ਜਿਹੜਾ ਲੱਗ ਰਿਹਾ, ਔਰ ਪਿਛਲੇ ਵਾਰ ਦੇ ਲਾਕਡਾਊਨ ਨੇ ਲੋਕ ਇੰਨੇ ਕੁ ਡਰਾਏ ਹੋਏ ਆ ਕਿ ਇਸ ਵਾਰੀ ਜਿਹੜੇ ਆ ਉਹ ਬੁਰੇ ਤਜਰਬੇ ਨੂੰ ਭੁੱਲ ਨਹੀਂ ਪਾ ਰਹੇ। ਲੱਗਦਾ ਹੈ ਕਿ ਸਰਕਾਰ ਦੀਆਂ ਪਿਛਲੇ ਤਜਰਬੇ ਤੋਂ ਕੁਝ ਨਵੀਆਂ ਤਿਆਰੀਆਂ ਹੈਗੀਆਂ, ਤੇ ਹੁਣ ਜਿਹੜਾ ਲਾਕਡਾਊਨ ਲੱਗਣ ਜਾ ਰਿਹਾ ਉਹਨੂੰ ਕਿਵੇਂ ਸਮਝਦੇ ਹੋ? ਜਾਇਜ਼ ਹੈ ਜਾਂ ਨਹੀਂ? ਮੈਨੂੰ ਲੱਗਦਾ ਵੀ ਇਹ ਜਾਇਜ਼ ਹੈ, ਕਿਉਂਕਿ ਹੁਣ ਕੇਸਿਸ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਆ। ਪਿਛਲੇ ਸਾਲ ਅਜੇ ਇੰਨੇ ਕੇਸਿਸ ਨਹੀਂ ਸੀ, ਪਰ ਹੁਣ ਜ਼ਰੂਰਤ ਮਹਿਸੂਸ ਹੋ ਰਹੀ ਹੈ। ਬਾਕੀ ਲੋਕਾਂ ਨੂੰ ਆਪਣਾ ਖੁਦ ਵੀ ਧਿਆਨ ਰੱਖਣਾ ਚਾਹੀਦਾ, ਤੇ ਖਾਸ ਕਰਕੇ ਜਿੱਥੇ ਪਬਲਿਕ ਡੀਲਿੰਗ ਹੈ, ਜਿਵੇਂ ਸਵੀਟ ਸ਼ਾਪ ਹੈ ਜਾਂ ਹੋਰ ਹੈ, ਉੱਥੇ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਪਰ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ ਦਾ ਤਜਰਬਾ ਹੋਇਆ ਸੀਗਾ, ਲੋਕਾਂ ਨੂੰ ਲੱਗਿਆ ਸੀ ਕਿ ਲਾਕਡਾਊਨ ਕਰ ਦੇਣਾ ਠੀਕ ਸੀ, ਪਰ ਲੋਕਾਂ ਦੇ ਕੁਝ ਖਾਣ ਨੂੰ, ਕੁਝ ਸੇਵ ਕਰਨ ਨੂੰ ਹੈ ਹੀ ਨਹੀਂ ਸੀ, ਸਮਾਂ ਹੀ ਨਹੀਂ ਦਿੱਤਾ ਗਿਆ। ਸੋ ਕੁਝ ਜਿਹੜੇ ਵੱਡੇ ਅਦਾਰੇ ਹੈਗੇ ਜਾਂ ਸਰਕਾਰੀ ਅਦਾਰੇ, ਉਹਨਾਂ ਦੇ ਵਿੱਚ ਸ਼ਰਤਾਂ ਦੇ ਤੌਰ ਤੇ ਜਾਣਾ ਅਲਾਓ ਆ, ਪਰ ਜਿਹੜੇ ਲੋਕ ਰੋਜ਼ਾਨਾ ਦਾ ਕਮਾਉਂਦੇ ਆ, ਰੋਜ਼ਾਨਾ ਖਾਂਦੇ ਆ, ਉਹਨਾਂ ਦੇ ਲਈ ਕੁਝ ਤਿਆਰੀਆਂ ਦਿਖ ਰਹੀਆਂ ਸਰਕਾਰ ਦੀਆਂ ਤੁਹਾਨੂੰ? ਬਿਲਕੁਲ ਕੋਈ ਤਿਆਰੀ ਨਹੀਂ ਹੈ। ਮੈਂ ਰਾਤੀ ਟੀਵੀ ਤੇ ਡਿਬੇਟ ਸੁਣ ਰਿਹਾ ਸੀ, ਉਹਦੇ ਵਿੱਚ ਦੱਸ ਰਹੇ ਸੀ ਵੀ USA ਜਾਂ ਜਿਹੜੇ ਦੂਜੇ ਕੰਟਰੀ ਹੈ, ਉਹਨਾਂ ਨੇ ਟ੍ਰੇਡਰਸ ਦਾ ਜਾਂ ਜਿਹੜੇ ਇੱਦਾਂ ਡਿਪੈਂਡੈਂਟ ਹੈ, ਉਹਨਾਂ ਨੂੰ ਮਤਲਬ ਇਕਨੋਮਿਕਲੀ ਉਹਨਾਂ ਨੂੰ ਹੈਲਪ ਕੀਤੀ ਹੈ। ਤੇ ਜਦੋਂ ਕਿ ਆਪਣੇ ਇੱਥੇ ਕੋਈ ਹੈਲਪ ਨਹੀਂ ਹੋ ਰਹੀ, ਆਪਣੇ ਉਹਨਾਂ ਦੇ ਆਪਣੇ ਆਪ ਤੇ ਹੀ ਛੱਡ ਦਿੱਤਾ ਜਾਂਦਾ ਤੇ ਲੋਕਡਾਊਨ ਲਾ ਦਿੱਤਾ ਜਾਂਦਾ। ਇਹਦੇ ਇਸ ਤਰ੍ਹਾਂ ਵੀ ਜੇ ਕਿਸੇ ਨੂੰ ਲਾਸ ਹੁੰਦਾ ਹੈ, ਲੇਬਰ ਨੂੰ ਜਾਂ ਇਹਨਾਂ ਦੇ ਕੰਮ ਕਰਨ ਵਾਲੇ ਬੰਦਿਆਂ ਨੂੰ, ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਪਣੀ ਲਿਵਲੀਹੁੱਡ ਹੈ ਜਿਹੜੀ ਉਹ ਕਰ ਸਕਣ। ਸਕੂਲ ਬੰਦ ਹੈਗੇ ਆ ਹੁਣ, ਖਾਸ ਤੌਰ ਤੇ ਜਿਹੜੇ ਬੱਚਿਆਂ ਦੇ ਪੇਪਰ ਤੱਕ ਕੈਂਸਲ ਕਰ ਦਿੱਤੇ ਗਏ, ਤੇ ਕੁਝ ਵੱਡੀਆਂ ਕਲਾਸਾਂ ਦੇ ਲਈ ਹੁਣ ਆਪਸ਼ਨ ਦਿੱਤਾ ਗਿਆ ਕਿ ਜਿਹੜੇ ਲਾਸਟ ਈਅਰ ਉਹਨਾਂ ਦੀਆਂ ਆਨਲਾਈਨ ਸਟੱਡੀਜ਼ ਹੋਣੀਆਂ ਚਾਹੀਦੀਆਂ। ਪਰ ਦੂਜੇ ਪਾਸੇ ਰੈਲੀਆਂ ਜਿਹੜੀਆਂ ਲਗਾਤਾਰ ਕਿਸਾਨੀ ਜਿਹੜੇ ਆਪਾਂ ਕਹਿ ਸਕਦੇ ਹਾਂ ਨੇਤਾਵਾਂ ਦੀਆਂ, ਖਾਸ ਤੌਰ ਤੇ ਰੈਲੀਆਂ ਲਗਾਤਾਰ ਚੱਲ ਰਹੀਆਂ ਨੇ, ਇਸ ਚੀਜ਼ ਨੂੰ ਕਿਵੇਂ ਦੇਖਦੇ? ਬਿਲਕੁਲ ਗਲਤ ਪਾਲਿਸੀ ਹੈ ਇਹ, ਮਤਲਬ ਡਬਲ ਪਾਲਿਸੀ ਨਹੀਂ ਹੋਣੀ ਚਾਹੀਦੀ। ਤੇ ਲੀਡਰਸ ਨੂੰ ਵੀ, ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਗੱਲ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ, ਟੋਟਲੀ ਬੈਨ ਕਰਨੀਆਂ ਚਾਹੀਦੀਆਂ। ਤੇ ਲੋਕਾਂ ਨੂੰ ਤਾਂ ਹੀ ਉਹ ਕਹਿਣਗੇ ਜੇ ਉਹ ਖੁਦ ਇਸ ਚੀਜ਼ ਦਾ ਧਿਆਨ ਰੱਖਣਗੇ। ਲੋਕ ਜਿਹੜਾ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ ਲੰਬੇ ਸਮੇਂ ਤੋਂ ਕਿ ਕਰੋਨਾ ਹੈਗਾ ਜਾਂ ਨਹੀਂ ਹੈਗਾ, ਇਹੀ ਕਾਰਨ ਦੇਖਦੇ ਹੋ ਤੁਸੀਂ? ਬਿਲਕੁਲ ਇਹੀ ਹੈ, ਜਦੋਂ ਪੋਲੀਟੀਕਲ ਲੋਕਾਂ ਨੂੰ ਦੇਖਦੇ ਆ ਕਿ ਉਹ ਰੈਲੀਜ਼ ਕਰ ਰਹੇ ਆ, ਆਪਣੀਆਂ ਮੀਟਿੰਗਸ ਕਰ ਰਹੇ ਆ। ਰੀਸੈਂਟਲੀ ਹੁਣ ਮਤਲਬ ਸਾਰੀਆਂ ਪੋਲੀਟੀਕਲ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰੈਲੀਜ਼ ਕੀਤੀਆਂ, ਕਾਫੀ ਹਿਊਜ ਉੱਥੇ ਇਕੱਠ ਹੋਏ ਆ, ਲੋਕੀ ਆਏ ਆ। ਤੇ ਆ ਹੁਣ ਬਿਲਕੁਲ ਨੇੜੇ ਆ ਕੇ ਜਦੋਂ ਬਿਲਕੁਲ ਹੀ ਮਤਲਬ ਆਊਟ ਆਫ ਕੰਟਰੋਲ ਹੋ ਗਿਆ, ਉਦੋਂ ਬੰਦ ਕੀਤੀਆਂ ਉਹਨਾਂ ਨੇ। ਹਾਂਜੀ, ਸੋ ਸਰਕਾਰ ਦੇ ਜਿਹੜੇ ਆ ਦੋ ਪਾਸੜ ਰਵੱਈਏ ਤੋਂ ਲੋਕ ਭਲੀ ਭਾਂਤ ਜਾਣੂ ਆ, ਤੇ ਇਹੀ ਕਾਰਨ ਸੀ ਸ਼ਾਇਦ ਕਿ ਇੰਨੀ ਜਲਦੀ ਲੋਕਾਂ ਨੇ ਵਿਸ਼ਵਾਸ ਹੀ ਨਹੀਂ ਕੀਤਾ, ਕਿਉਂਕਿ ਸਰਕਾਰ ਖੁਦ ਜਿਹੜੀਆਂ ਰੈਲੀਆਂ ਕਰ ਰਹੀ ਸੀ ਉਹਦੇ ਵਿੱਚ ਇਕੱਠ ਅਲਾਓ ਆ। ਪਰ ਜੇ ਤੁਸੀਂ ਇਕੱਲੇ ਆਪਣੇ ਮੋਟਰਸਾਈਕਲ ਜਾਂ ਵਹੀਕਲ ਦੇ ਉੱਤੇ ਕਿਤੇ ਸਫ਼ਰ ਕਰ ਰਹੇ ਹੋ, ਫਿਰ ਜੇ ਤੁਸੀਂ ਮਾਸਕ ਨਹੀਂ ਪਹਿਨਿਆ ਹੋਇਆ, ਤੇ ਫਿਰ ਜਿਹੜਾ ਉਹ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨ ਦੇ ਲਈ ਉਹਨਾਂ ਤੇ ਦਬਾਅ ਪਾਇਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਦੋ ਪਾਸੜ ਪ੍ਰਕਿਰਿਆ ਦੇ ਚੱਲਦਿਆਂ ਕੁਝ ਲੇਟ ਹੋਇਆ, ਤੇ ਜੇ ਹੁਣ ਕਰੋਨਾ ਦਾ ਵਿਕਰਾਲ ਰੂਪ ਦੇਖਣ ਨੂੰ ਮਿਲਦਾ ਹੈ, ਤਾਂ ਉਹਦੇ ਉੱਤੇ ਸਰਕਾਰ ਜਿਹੜੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗੀ, ਲੋਕਾਂ ਦਾ ਇਹੀ ਮੰਨਣਾ ਹੈ।